ਇੱਕ ਟੈਲੀਫੋਨ ਆਇਆ ਸੀ ਦਿੱਲੀ ਤੋਂ, ਜੋ ਵਿਦੇਸ਼ 'ਚੋਂ ਆਈ ਹੋਈ ਇੱਕ ਮਾਈ ਦੁਬਾਰਾ ਜਾ ਨਹੀਂ ਸਕੀ ਹੈ। ਪਿੱਛੇ ਜੇ ਜੋ ਲੋਕਡਾਊਨ ਹੋਇਆ ਸੀ ਉਹਦਾ ਕਰਕੇ, ਅਤੇ ਕਹਿ ਰਹੀ ਹੈ ਵੀ ਤੁਹਾਡੀਆਂ ਰਿਕਾਰਡਿੰਗਾਂ ਸੁਣ ਸੁਣ ਕੇ ਬਹੁਤ ਸੰਤੁਸ਼ਟੀ ਮਿਲੀ ਹੈ, ਵੀ ਠੀਕ ਹੈ ਵੀ ਨਹੀਂ ਜਾ ਸਕੀ। ਅਤੇ ਕਦੇ ਕਦੇ ਉਸ ਭਾਵ ਦੇ ਵਿੱਚ ਡੁਬਕੀ ਵੀ ਲੱਗ ਜਾਂਦੀ ਹੈ। ਅਤੇ ਜਿਹੜੇ ਪਲ ਦੇ ਵਿੱਚ ਡੁਬਕੀ ਲੱਗਦੀ ਹੈ, ਫਿਰ ਦਿਲ ਕਰਦਾ ਵੀ ਇਹ ਪਲ ਅੱਗੇ ਨਾ ਵਧੇ, ਇੱਥੇ ਹੀ ਰੁਕ ਜਾਵੇ। ਅਗਰ ਉਹ ਪਲ ਨਿਕਲ ਜਾਂਦਾ ਹੈ ਅਤੇ ਫਿਰ ਚਿੱਤ ਕਰਦਾ ਵੀ ਦੁਬਾਰਾ ਆਵੇ, ਕਿਉਂਕਿ ਜਿਹੜੇ ਸੁਖਦਾਈ ਪਲ ਹੁੰਦੇ ਹਨ ਅਕਸਰ ਆਮ ਤੁਹਾਡੀ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਕਦੇ ਕਦੇ ਆਉਂਦੇ ਹਨ, ਅਤੇ ਤੁਸੀਂ ਉਹਨਾਂ ਪਲਾਂ ਨੂੰ ਫਿਰ ਦੁਬਾਰਾ ਤੋਂ ਮੰਨਣਾ ਚਾਹੁੰਦੇ ਹੋ। ਅਤੇ ਜਦੋਂ ਉਹ ਪਲ ਆਉਂਦੇ ਹਨ ਤੁਹਾਡੀ ਵੀ ਕੋਸ਼ਿਸ਼ ਹੁੰਦੀ ਹੈ ਵੀ ਇੱਦਾਂ ਦਾ ਹੀ ਰਹੇ ਸਦਾ ਹੀ, ਪਰ ਬਾਹਰ ਦੇ ਜਿਹੜੇ ਪਲ ਹਨ ਇਹ ਟਿਕਦੇ ਨਹੀਂ ਹਨ, ਇਹ ਨਿਕਲ ਜਾਂਦੇ ਹਨ। ਅਤੇ ਇਵੇਂ ਹੀ ਧਿਆਨੀ ਨੂੰ ਵੀ ਧਿਆਨ ਦੇ ਵਿੱਚ ਜਾਂ ਯੋਗੀ ਨੂੰ ਕਦੇ ਕਦੇ ਐਸਾ ਹੁੰਦਾ ਹੈ, ਨਿਰਵਿਚਾਰ ਜਦੋਂ ਹੋ ਜਾਂਦਾ ਹੈ ਵੀ ਇਹ ਪਲ ਰੁਕ ਜਾਵੇ, ਟਿਕ ਜਾਵੇ, ਬਹੁਤ ਸਕੂਨ ਮਿਲਦਾ ਹੈ, ਸੁਖਦਾਈ ਹੁੰਦਾ ਹੈ, ਜਿਹਨੂੰ ਕਹਿੰਦੇ ਹੈ ਰਸ ਆਉਂਦਾ ਹੈ। ਤਦੇ ਮੰਗ ਹੁੰਦੀ ਹੈ ਨਾ, ਤਾਂ ਸੁਭਾਵਿਕ ਹੀ ਹੈ, ਹਰ ਇੱਕ ਦੇ ਅੰਦਰ ਉੱਠਦੀ ਹੈ। ਫਿਰ ਐਸਾ ਸਕੂਨ ਜਿਹੜਾ ਹੁੰਦਾ ਹੈ ਅੰਦਰ ਉਹਦੀ, ਤੇ ਕਿਵੇਂ ਬਚੋਗੇ? ਅਤੇ ਮਾਨਵੀ ਹੈ, ਮੰਗ ਉੱਠਦੀ ਹੈ, ਅਤੇ ਸਾਰਿਆਂ ਨੂੰ ਐਸਾ ਭਾਵ ਘਟਦਾ ਹੈ। ਭਗਤੀ ਭਾਵਨਾ ਵਾਲਿਆਂ ਨੂੰ ਵੀ, ਜਾਂ ਕੋਈ ਧਿਆਨ ਦੇ ਯੋਗ ਦੇ ਮਾਰਗ 'ਤੇ ਚੱਲ ਰਿਹਾ ਹੈ ਉਹਨੂੰ ਵੀ ਗਹਿਰੇ ਧਿਆਨ ਦੇ ਵਿੱਚ, ਕਿਉਂਕਿ ਧਿਆਨ ਗਹਿਰੇ ਦੇ ਵਿੱਚ ਜਦੋਂ ਨਿਰਵਿਚਾਰ ਹੁੰਦਾ ਹੈ, ਅਤੇ ਜਾਂ ਕੋਈ ਪ੍ਰੇਮ ਦੇ ਵਿੱਚ ਗਹਿਰੇ ਡੁਬਕੀ ਲੱਗ ਕੇ ਨਿਰਵਿਚਾਰ ਹੁੰਦਾ ਹੈ, ਦੋਵਾਂ ਨੂੰ ਉਹ ਸਕੂਨ ਤੇ ਮਿਲਦਾ ਹੈ, ਰਸ ਤੇ ਮਿਲਦਾ ਹੈ, ਪਰ ਉਹ ਰਸ ਦੀ ਵਿਆਖਿਆ ਅਲੱਗਾ ਅਲੱਗਾ ਹੁੰਦੀ ਹੈ, ਭਾਵ ਅਲੱਗਾ ਅਲੱਗਾ ਬਣਦੇ। ਭਗਤੀ ਭਾਵਨਾ ਵਾਲਿਆਂ ਦਾ ਅਲੱਗਾ ਬਣਦਾ ਹੈ, ਅਤੇ ਜਿਹੜਾ ਗਿਆਨ ਯੋਗ ਧਿਆਨ ਦੇ ਮਾਰਗ 'ਤੇ ਚੱਲ ਰਿਹਾ ਹੈ ਆਪਣੇ ਆਪ, ਉਹਦਾ ਅਲੱਗਾ ਬਣਦਾ ਹੈ। ਅਤੇ ਇਹ ਮਾਈ ਹੈ, ਅਤੇ ਸੁਭਾਵਿਕ ਹੀ ਹੈ ਵੀ ਦੂਰੋਂ ਹੀ ਸੁਣ ਕੇ ਇਹ ਉਸ ਭਾਵ ਦੇ ਵਿੱਚ ਕਦੇ ਕਦੇ ਉਤਰ ਜਾਂਦੀ ਹੈ, ਜਿਹੜੇ ਭਾਵ ਦੀ ਇੱਧਰ ਗੱਲ ਕੀਤੀ ਗਈ ਹੈ। ਅਤੇ ਸਾਰੀਆਂ ਮਾਈਆਂ ਵੀ ਜ਼ਰੂਰੀ ਨਹੀਂ ਹੈ ਭਗਤੀ ਮਾਰਗ 'ਤੇ ਹੀ ਚੱਲਣ। ਵੈਸੇ ਤਾਂ ਭਗਤੀ ਮਾਰਗ ਇਸਤਰੀ ਲਿੰਗ ਹੈ, ਇਸਤਰੀਆਂ ਜ਼ਿਆਦਾ ਚੱਲ ਸਕਦੀਆਂ ਹਨ। ਗਿਆਨ ਦਾ ਮਾਰਗ ਪੁਰਸ਼ ਲਿੰਗ ਹੈ, ਪੁਰਸ਼ ਜ਼ਿਆਦਾ ਚੱਲ ਸਕਦੇ ਹਨ, ਕਿਉਂਕਿ ਪੁਰਸ਼ ਸਮਰਪਣ ਕਰ ਨਹੀਂ ਸਕਦੇ ਹਨ, ਕਠਿਨ ਹੁੰਦਾ ਹੈ।
ਪਰ ਸਾਰੇ ਪੁਰਸ਼ ਵੀ ਜ਼ਰੂਰੀ ਨਹੀਂ ਹੈ ਗਿਆਨ ਦੇ ਮਾਰਗ 'ਤੇ ਚੱਲਣ, ਬਹੁਤ ਭਗਤੀ ਦੇ ਮਾਰਗ 'ਤੇ ਚੱਲਦੇ ਹਨ, ਜਿਵੇਂ ਪਿੱਛੇ ਚੱਲੇ ਵੀ ਹਨ ਸਮਰਪਣ ਦੇ ਮਾਰਗ 'ਤੇ ਕਿੰਨੇ ਹੋਏ। ਇਵੇਂ ਹੀ ਇਸਤਰੀਆਂ ਵੀ ਕੁਛ ਐਸੀਆਂ ਹਨ ਜਿਹੜੀਆਂ ਪ੍ਰੇਮ ਭਾਵਨਾ ਦੇ ਸ਼ਰਧਾ ਦੇ ਮਾਰਗ 'ਤੇ ਨਹੀਂ ਚੱਲਦੀਆਂ ਹਨ। ਜਿਵੇਂ ਦਿੱਲੀ ਕੋਲ ਹੀ ਨੋਇਡਾ ਊਸ਼ਾ ਰਾਣੀ ਮਾਈ ਹੈ, ਜੋ ਪਹਿਲਾਂ ਇੱਥੇ ਵੀ ਰਹੀ ਹੈ ਕੁਛ ਚਿਰ। ਇੱਥੋਂ ਜਾਣ ਤੋਂ ਬਾਅਦ ਉਹਨੇ ਉੱਥੇ ਦਿੱਲੀ ਇੱਕ ਜੋ ਵਿਪਸਨਾ ਵਾਲਿਆਂ ਦਾ ਕੋਈ ਸ਼ਿਵਰ ਸੀ ਉਹ ਅਟੈਂਡ ਕੀਤਾ, ਅਤੇ ਮੈਨੂੰ ਟੈਲੀਫੋਨ ਕਰਕੇ ਦੱਸਿਆ ਵੀ ਬਹੁਤ ਚੰਗਾ ਲੱਗਾ, ਬਹੁਤ ਵਧੀਆ ਮਾਰਗ ਹੈ। ਤਾਂ ਮੈਨੂੰ ਵੀ ਬਹੁਤ ਖੁਸ਼ੀ ਹੋਈ ਵੀ ਠੀਕ ਇਹ ਇਸੇ ਮਾਰਗ 'ਤੇ ਹੀ ਚੱਲ ਸਕਦੀ ਹੈ, ਕਿਉਂਕਿ ਮੈਂ ਦੇਖਿਆ ਨਾ ਵੀ ਉਹ ਜਿਸ ਢੰਗ ਦੇ ਨਾਲ ਉੱਥੇ ਜੀ ਰਹੀ ਹੈ ਬਹੁਤ ਸਮੇਂ ਤੋਂ ਆਪਣੀ ਮਰਜ਼ੀ ਦੇ ਮੁਤਾਬਕ, ਅਤੇ ਉਹਨੂੰ ਬਹੁਤ ਕਠਿਨ ਹੈ ਸਮਰਪਿਤ ਹੋਣਾ। ਇਹ ਵੀ ਗੱਲ ਖਿਆਲ ਵਿੱਚ ਰੱਖਿਓ। ਹੁਣ ਜਿਹੜਾ ਆਪਣੀ ਮਰਜ਼ੀ ਦੇ ਮੁਤਾਬਕ ਜ਼ਿਆਦਾ ਜੀ ਰਿਹਾ ਹੈ ਜ਼ਿਆਦਾ ਲੰਬੇ ਸਮੇਂ ਤੋਂ, ਤਾਂ ਉਹਦੇ ਆਪਣੀ ਮਰਜ਼ੀ ਦੇ ਮੁਤਾਬਕ ਜੀਣ ਦੀ ਇੱਕ ਆਦਤ ਬਣ ਜਾਂਦੀ ਹੈ। ਅਤੇ ਸਮਰਪਣ ਦਾ ਭਾਵ ਹੁੰਦਾ ਵੀ ਆਪਣੀ ਮਰਜ਼ੀ ਛੱਡਣੀ, ਅਤੇ ਬਹੁਤ ਕਠਿਨ ਹੋ ਜਾਂਦਾ ਹੈ ਉਹਦੇ ਵਾਸਤੇ। ਫਿਰ ਇੱਥੇ ਰਿਸ਼ਤੇਦਾਰ ਜਾਂ ਪਰਿਵਾਰ ਦੇ ਮੈਂਬਰ ਆਲੇ ਦੁਆਲੇ ਇਹਦਾ ਕਹਿਣਾ ਵੀ ਮੰਨਦੇ ਹਨ, ਕਿਉਂਕਿ ਔਖੇ ਵੇਲੇ ਕਠਿਨਾਈ ਵੇਲੇ ਸਾਰਿਆਂ ਦੀ ਇਹਨੇ ਸਹਾਇਤਾ ਕੀਤੀ ਹੈ। ਇਸ ਕਾਰਨ ਤਕਰੀਬਨ ਡਰਦੇ ਵੀ ਹਨ। ਤੇ ਇਹਨੂੰ ਕੋਈ ਰੋਕਦਾ ਵੀ ਨਹੀਂ ਹੈ। ਵੀ ਆਪਣੀ ਦੇ ਮਰਜ਼ੀ ਦੇ ਮੁਤਾਬਕ ਨਾ ਜੀ, ਤੇ ਜਿੱਦਾਂ ਇਹਨੇ ਚਾਹਿਆ ਹੈ, ਜਿਵੇਂ ਇਹਨੂੰ ਚੰਗਾ ਲੱਗਦਾ ਹੈ, ਉੱਦਾਂ ਹੀ ਇਹ ਜੀ ਰਹੀ ਹੈ। ਤੇ ਸੁੱਖ ਸੁਵਿਧਾ ਦੇ ਸਾਧਨ ਵੀ ਹਨ ਸਾਰੇ। ਤੇ ਇਹਨੂੰ ਬਹੁਤ ਕਠਿਨ ਹੈ ਸਮਰਪਿਤ ਹੋਣਾ, ਖਿਆਲ ਵਿੱਚ ਰੱਖਿਓ। ਕਿਉਂਕਿ ਸਮਰਪਣ ਦਾ ਅਰਥ ਹੀ ਇਹ ਹੁੰਦਾ ਹੈ ਵੀ ਆਪਣੀ ਮਰਜ਼ੀ ਛੱਡਣੀ। ਜਿਵੇਂ ਹੁਣ ਇੱਥੇ ਮੇਰੇ ਕੋਲ ਰਹਿ ਰਹੇ ਹਨ, ਇਹ ਜਿੱਥੋਂ ਵੀ ਆਏ ਹਨ ਉੱਥੋਂ ਦੀਆਂ ਆਦਤਾਂ ਛੱਡ ਕੇ ਹੀ ਰਹਿ ਰਹੇ ਹਨ। ਇੱਥੇ ਕਾਫੀ ਮਰਜ਼ੀ ਛੱਡੀ ਹੈ। ਹਾਂ, ਸਾਰੇ ਨਹੀਂ ਛੁੱਟਦੀ ਹੈ ਇੱਕਦਮ, ਥੋੜ੍ਹੀ ਤਾਂ ਛੁੱਟ ਰਹੀ ਹੈ। ਫਿਰ ਦੂਸਰੀ ਗੱਲ ਇਹ ਹੈ ਵੀ ਸਮਰਪਣ ਮੇਰੇ ਸਾਹਮਣੇ ਹੀ ਨਹੀਂ ਕਰਨਾ ਹੈ, ਉਹ ਪੂਰਾ ਸਮਰਪਣ ਨਹੀਂ ਹੁੰਦਾ ਹੈ। ਸਮਰਪਣ ਪੂਰਾ ਉਦੋਂ ਹੁੰਦਾ ਹੈ ਜਦੋਂ ਰਹਿਣ ਵਾਲੇ ਜਿੰਨੇ ਵੀ ਮੈਂਬਰ ਹਨ ਸਾਰੇ ਹੀ ਇੱਕ ਦੂਸਰੇ ਦੇ ਪ੍ਰਤੀ ਸਮਰਪਿਤ ਹੋਣ, ਤਾਂ ਹੀ ਸਮਰਪਣ ਹੋਵੇਗਾ। ਜੇ ਇੱਕ ਦੂਸਰੇ 'ਤੇ ਨਾਰਾਜ਼ਗੀ ਹੁੰਦੀ ਰਹੀ
ਤੇ ਫਿਰ ਸਮਰਪਣ ਕਿਵੇਂ ਹੋਵੇਗਾ? ਫਿਰ ਨਾਰਾਜ਼ਗੀ ਦੇ ਦੇ ਤੇ ਨਾਰਾਜ਼ਗੀ ਹੈ, ਉਹਦੇ ਨਾਲ ਈਰਖਾ ਹੋਵੇਗੀ ਤੇ ਉਹਦੇ ਤੇ ਮਨ ਚੱਲਦਾ ਰਹੇਗਾ। ਈਰਖਾ ਵਾਲੇ ਦਾ ਜ਼ਿਆਦਾ ਚੱਲਦਾ ਹੈ, ਤੇ ਜੇ ਤੇ ਨਾਰਾਜ਼ਗੀ ਹੋਵੇਗੀ ਉਹਦੇ ਨਾਲ ਈਰਖਾ ਹੋਵੇਗੀ, ਉਹਦੇ ਔਗਣ ਦੇਖੇਗਾ ਆਦਮੀ, ਤੇ ਫਿਰ ਤੇ ਜ਼ਿਆਦਾ ਮਨ ਚੱਲੇਗਾ। ਇੱਥੇ ਤੇ ਸਾਰਿਆਂ ਦੇ ਪ੍ਰਤੀ ਹੀ ਸਮਰਪਿਤ ਹੋਣਾ ਹੈ। ਇਸੇ ਕਰਕੇ ਮੈਂ ਕਹਿਣਾ ਵੀ ਹੁੰਦਾ ਹਾਂ ਵੀ ਤੁਹਾਡੇ 'ਚੋਂ ਕੋਈ ਵੀ ਮੁਖੀ ਨਹੀਂ ਹੈ, ਤੁਸੀਂ ਸਾਰੇ ਹੀ ਮੁਖੀ ਹੋ। ਸਾਰੇ ਹੀ ਇੱਕ ਦੂਸਰੇ ਨੂੰ ਸਮਰਪਿਤ ਹੋਣਾ ਹੈ, ਇੱਕ ਦੂਸਰੇ ਦਾ ਕਹਿਣਾ ਮੰਨਣਾ ਹੈ, ਇੱਕ ਦੂਸਰੇ 'ਤੇ ਨਾਰਾਜ਼ ਨਹੀਂ ਹੋਣਾ ਹੈ। ਕੋਈ ਕਹਿ ਵੀ ਦੇ, ਇਹੋ ਹੀ ਸਾਧਨਾ ਹੈ। ਜਦੋਂ ਤੁਹਾਡੀ ਹੌਲੀ ਹੌਲੀ ਨਾਰਾਜ਼ਗੀ ਜਾਂਦੀ ਲੱਗੀ ਇੱਕ ਦੂਸਰੇ ਤੋਂ, ਤੁਸੀਂ ਸਮਰਪਿਤ ਹੋਣ ਲੱਗ ਪਏ, ਤੁਸੀਂ ਸਹਿਜ ਹੋਣ ਲੱਗ ਜਾਣਾ, ਮਨ ਘੱਟ ਚੱਲਣਾ ਹੈ। ਜਿੱਥੇ ਨਾਰਾਜ਼ਗੀ ਨਾ ਹੋਵੇ ਤਾਂ ਉੱਥੇ ਮਨ ਘੱਟ ਚੱਲਦਾ ਹੈ, ਜਿੱਥੇ ਨਾਰਾਜ਼ਗੀ ਹੋਵੇ ਉੱਥੇ ਮਨ ਜ਼ਿਆਦਾ ਚੱਲਦਾ ਹੈ। ਅਗਰ ਤੁਸੀਂ ਇੱਥੇ ਰਹਿ ਕੇ ਨਾਰਾਜ਼ਗੀ ਨਹੀਂ ਤੁਹਾਡੇ ਮਨ 'ਚ, ਕੋਈ ਵੀ ਗਿਲਾ ਸ਼ਿਕਵਾ ਨਹੀਂ ਕਿਸੇ ਪ੍ਰਤੀ ਵੀ, ਤੁਸੀਂ ਸਹਿਜ ਹੋ, ਸਰਲ ਹੋ, ਸਾਰੇ ਹੀ ਇੱਕ ਦੂਸਰੇ ਦਾ ਕਹਿਣਾ ਮੰਨਦੇ ਹੋ। ਹਾਂ, ਕੁਛ ਨਹੀਂ ਵੀ ਮੰਨਿਆ ਜਾਂਦਾ ਤਾਂ ਵੀ ਨਾਰਾਜ਼ ਨਹੀਂ ਹੁੰਦੇ ਹੋ, ਨਾਰਾਜ਼ਗੀ ਨਹੀਂ ਹੈ। ਅਤੇ ਹੌਲੀ ਹੌਲੀ ਤੁਸੀਂ ਸਮਰਪਿਤ ਹੁੰਦੇ ਜਾਓਗੇ। ਇਹੋ ਹੀ ਸਮਰਪਣ ਹੈ ਨਾ। ਅਤੇ ਫਿਰ ਤੁਸੀਂ ਖਿਆਲ ਕਰੋ, ਜਿੱਥੇ ਇੱਕ ਦੂਸਰੇ ਦੇ ਨਾਲ ਕੋਈ ਵੀ ਨਾਰਾਜ਼ਗੀ ਨਹੀਂ ਹੈ, ਕੋਈ ਗਿਲਾ ਸ਼ਿਕਵਾ ਨਹੀਂ ਹੈ, ਕੋਈ ਸ਼ਿਕਾਇਤ ਨਹੀਂ ਹੈ, ਪ੍ਰੇਮ ਨਾਲ ਰਹਿ ਰਹੇ ਹਾਂ, ਉੱਥੇ ਕਿਵੇਂ ਨਾ ਮਨ ਸ਼ਾਂਤ ਹੋਵੇਗਾ। ਅਤੇ ਇੱਥੇ ਤਕਰੀਬਨ ਐਸਾ ਸਕੂਨ ਬਹੁਤਿਆਂ ਨੂੰ ਮਿਲ ਜਾਂਦਾ ਹੈ। ਸੰਸਾਰ ਵੱਲੋਂ ਧਿਆਨ ਹਟ ਗਿਆ, ਘਰ ਵੱਲੋਂ ਥੋੜ੍ਹਾ ਥੋੜ੍ਹਾ ਕਦੇ ਕਦੇ ਹਟਦਾ ਹੈ। ਇੱਕਦਮ ਨਹੀਂ ਸਾਰੇ ਹੀ ਸਮਰਪਿਤ ਹੋ ਜਾਣਗੇ, ਬਹੁਤ ਸਮਾਂ ਲੱਗੇਗਾ। ਇਹ ਵੀ ਸਾਧਨਾ ਹੈ। ਨਾਰਾਜ਼ਗੀ ਵੀ ਹੌਲੀ ਹੌਲੀ ਹਟੇਗੀ, ਗਿਲੇ ਸ਼ਿਕਵੇ ਵੀ ਹੌਲੀ ਹੌਲੀ ਹਟਣਗੇ, ਸੰਸਾਰ ਦਾ ਜੋ ਆਕਰਸ਼ਣ ਹੈ ਇਹ ਵੀ ਹੌਲੀ ਹੌਲੀ ਹਟੇਗਾ। ਸਮੇਂ ਲੱਗੇਗਾ, ਹੌਲੀ 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 ਸਮਰਪਣ ਦੀ ਕਲਾ ਆਵੇਗੀ, ਆਸਤੇ ਆਸਤੇ ਕ੍ਰੋਧ ਹਟੇਗਾ। ਕਿਉਂਕਿ ਜਿੰਨੇ ਵੀ ਰਹਿ ਰਹੇ ਹਨ ਸਾਰੇ ਹੀ ਅੰਤਰਮੁਖ ਥੋੜ੍ਹੇ ਹੀ ਹਨ, ਬਾਹਰ ਮੁਖੀ ਹਨ। ਅਤੇ ਇੱਕ ਦੂਸਰੇ 'ਤੇ ਨਾਰਾਜ਼ਗੀ ਵੀ ਸੁਭਾਵਿਕ ਹੀ ਹੈ। ਜਿਵੇਂ ਬਜ਼ੁਰਗ ਹੀ ਰਹਿ ਰਹੇ ਹਨ ਇੱਥੇ, ਅਤੇ ਪਿੱਛੇ ਜਿਹੇ ਭੁਪਿੰਦਰ ਸਿੰਘ ਇੱਥੇ ਆਇਆ ਸੀ, ਕੁਛ ਦਿਨ ਰਿਹਾ ਅਤੇ ਨਾਰਾਜ਼ ਸੀ। ਇੱਕ ਦਿਨ ਬੜਾ ਆਇਆ ਮੇਰੇ ਕੋਲ, ਮੈਂ ਕਿਹਾ ਕੀ ਗੱਲ ਹੋਈ? ਕਹਿੰਦੇ ਤੁਹਾਡੇ ਬਜ਼ੁਰਗਾਂ ਨੇ ਮੈਨੂੰ ਬਹੁਤ ਬੁਰਾ ਭਲਾ ਕੀਤਾ। ਮੈਂ ਕੀ ਗਾਲਾਂ ਹੀ ਖਾਣ ਆਇਆ ਇੱਥੇ? ਅਤੇ ਨਾਰਾਜ਼ਗੀ ਕਿਉਂ ਹੋਈ? ਕਿਉਂਕਿ ਉਹਨਾਂ ਨੇ ਝਿੜਕ ਦਿੱਤਾ, ਵਰਜ ਦਿੱਤਾ, ਟੋਕ ਦਿੱਤਾ, ਰੋਕ ਦਿੱਤਾ। ਕਿਉਂਕਿ ਸਧਾਰਨ ਬਜ਼ੁਰਗਾਂ ਵਰਗੇ ਹੀ ਬਜ਼ੁਰਗ ਹਨ, ਅਤੇ ਜਿੱਦਾਂ ਹੀ ਬਜ਼ੁਰਗਾਂ ਨੂੰ ਨਾਰਾਜ਼ਗੀ ਹੁੰਦੀ, ਗੁੱਸਾ ਹੁੰਦਾ, ਉਹਨਾਂ ਨੂੰ ਵੀ ਆਉਂਦਾ। ਪਰ ਇਹਨੂੰ ਨਾਰਾਜ਼ਗੀ ਹੋਈ ਹੰਕਾਰ ਕਰਕੇ, ਕੋਈ ਮੈਨੂੰ ਕੁਛ ਕਹਿ ਦੇਵੇ। ਫਿਰ ਜਿੰਨਾ ਹੰਕਾਰੀ ਹੁੰਦਾ ਹੈ ਓਨਾ ਹੀ ਗੁੱਸਾ ਵੀ ਜ਼ਿਆਦਾ ਆਉਂਦਾ ਹੈ, ਅਤੇ ਜਿੰਨਾ ਗੁੱਸਾ ਜ਼ਿਆਦਾ ਆਉਂਦਾ ਹੈ ਓਨੀ ਬੇਚੈਨੀ ਵੀ ਜ਼ਿਆਦਾ ਹੁੰਦੀ। ਇਸ ਕਾਰਨ ਭੁਪਿੰਦਰ ਸਿੰਘ ਅਕਸਰ ਬੇਚੈਨ ਜ਼ਿਆਦਾ ਰਹਿੰਦਾ, ਗੁੱਸਾ ਬਹੁਤ, ਨਾਰਾਜ਼ਗੀ ਬਹੁਤ। ਤਾਂ ਉਹਨੂੰ ਵੀ ਸਮਰਪਿਤ ਹੋਣਾ ਬਹੁਤ ਕਠਿਨ ਹੈ। ਅਤੇ ਜਿਹਦਾ ਸਮਰਪਣ ਦਾ ਮਾਰਗ ਨਹੀਂ ਹੈ ਉਹ ਦੂਸਰੇ ਮਾਰਗ 'ਤੇ ਚੱਲ ਸਕਦਾ ਹੈ, ਖਿਆਲ ਵਿੱਚ ਰੱਖੋ। ਫਿਰ ਦੂਸਰੀ ਗੱਲ ਇਹ ਹੈ, ਇਸ ਮਾਈ ਨੂੰ ਮੈਂ ਕਹਿਣਾ ਚਾਹੁੰਦਾ ਹਾਂ
ਇਹ ਬਹੁਤਿਆਂ ਨੂੰ ਟੈਲੀਫੋਨ ਕਰ ਕਰਕੇ ਕਹਿੰਦੀ ਹੈ ਵੀ ਤੁਸੀਂ ਵਿਪੱਸਨਾ ਕਰੋ, ਮੈਂ ਤੁਹਾਡੇ ਰਹਿਣ ਦਾ ਇੰਤਜ਼ਾਮ ਕਰ ਦੇਣੀ ਹੈ, ਮੈਂ ਸ਼ਿਵਰ ਬੁੱਕ ਕਰ ਦੇਣੀ ਹੈ। ਤੇ ਮੈਂ ਕਹਿੰਦਾ ਹਾਂ ਵੀ ਜਿਹੜਾ ਕਰਨਾ ਚਾਹੁੰਦਾ ਹੈ ਉਹਨੂੰ ਕਰਾਓ। ਸਾਰਿਆਂ ਦਾ ਲਹਿਦਾ ਮਾਰਗ ਹੈ ਤੇ ਮੈਂ ਕੋਈ ਨਾਰਾਜ਼ ਨਹੀਂ ਹਾਂ। ਮੈਂ ਤਾਂ ਕਹਿੰਦਾ ਹਾਂ, ਮੈਂ ਵੀ ਬਹੁਤ ਵਾਰ ਕਿਹਾ ਹੈ, ਧਿਆਨ ਬਾਰੇ ਦੱਸਿਆ ਹੈ, ਯੋਗ ਬਾਰੇ ਦੱਸਿਆ ਹੈ, ਧਿਆਨ ਲਾਉਣ ਬਾਰੇ ਵੀ ਬਹੁਤ ਵਾਰ ਦੱਸਿਆ ਵੀ ਧਿਆਨ ਤੇ ਮਾਰਗ 'ਤੇ ਚੱਲੋ। ਜਿਹੜਾ ਚੱਲਣਾ ਚਾਹੁੰਦਾ ਹੈ ਤੇ ਉਹ ਚੱਲੇ। ਤੇਰੇ ਵੱਲੋਂ ਮੈਂ ਵੀ ਕਹਿ ਦਿੰਦਾ ਹਾਂ, ਸਾਰਿਆਂ ਨੂੰ ਕਹਿ ਦਿੰਦਾ ਹਾਂ ਵੀ ਇਹ ਮਾਈ ਦਾ ਨੰਬਰ ਹੈ ਹੀ ਇੱਥੇ ਵਟਸਐਪ ਗਰੁੱਪ ਦੇ ਵਿੱਚ, ਅਤੇ ਉੱਥੋਂ ਤੁਸੀਂ ਕੰਟੈਕਟ ਕਰ ਲਿਓ। ਇਹ ਮਾਈ ਸਾਰਾ ਇੰਤਜ਼ਾਮ ਕਰੇਗੀ ਅਤੇ ਜਿਹੜਾ ਵੀ ਵਿਪੱਸਨਾ ਕਰਨਾ ਚਾਹੁੰਦਾ ਹੈ ਉਹ ਕਰੇ। ਜੀ ਸਦਕੇ ਕਿਸੇ ਵੀ ਮਾਰਗ ਥਾਣੀ ਆਓ, ਮੈਂ ਤੁਹਾਨੂੰ ਉੱਥੇ ਹੀ ਮਿਲਾਂਗਾ। ਤੁਸੀਂ ਫਿਕਰ ਕਿਉਂ ਕਰਦੇ ਹੋ?